ਪਿਆਰੇ ਦੋਸਤੋ, ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਗੁਰਵੇਲ ਸਿੰਘ ਤੇ ਮਸੂਰੀ ਦੇ ਨਜ਼ਾਰਿਆਂ ਵਿੱਚ ਮੈਂ ਫੇਰ ਆ ਗਿਆ ਲੈ ਕੇ ਤੁਹਾਡੇ ਲਈ ਕੁਝ ਖੱਟੀਆਂ ਤੇ ਕੁਝ ਮਿੱਠੀਆਂ ਗੱਲਾਂ। ਅੱਜ ਦੀਆਂ ਮੇਰੀਆਂ ਜੋ ਗੱਲਾਂ ਨੇ ਉਹ ਲਗਭਗ ਪੰਜਾਬੀ ਦੇ ਵਿੱਚ ਹੀ ਰਹਿਣਗੀਆਂ ਤੇ ਖਾਸ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਮੈਂ ਗੱਲ ਕਰਨੀ ਹੈ ਉਹ ਜ਼ਰੂਰ ਹੈ ਕਿ ਸ਼ਾਇਦ ਤੁਹਾਨੂੰ ਚੰਗੀਆਂ ਨਾ ਲੱਗਣ, ਕਿਉਂਕਿ ਮੈਂ ਪਹਿਲੇ ਹੀ ਇਸ ਗੱਲ ਦੀ ਮਾफ़ੀ ਮੰਗ ਲੈਂਦਾ ਹਾਂ ਕਿ ਜੇਕਰ ਕਿਸੇ ਨੂੰ ਮੇਰੀਆਂ ਅੱਜ ਦੀਆਂ ਗੱਲਾਂ ਬੁਰੀਆਂ ਲੱਗਣ ਤੇ ਉਸ ਤੋਂ ਦੋਵੇਂ ਹੱਥ ਜੋੜ ਕੇ ਮਾफ़ੀ, ਕਿਉਂਕਿ ਗੱਲਾਂ ਕੁਝ ਧਰਮ ਦੇ ਨਾਲ ਸੰਬੰਧਿਤ ਨੇ। ਹਾਂ, ਮੈਂ ਅੱਜ ਦੀ ਇਸ ਗੱਲਬਾਤ ਤੋਂ ਪਹਿਲਾਂ ਇੱਕ ਕਲੈਰੀਫਿਕੇਸ਼ਨ ਜ਼ਰੂਰ ਦੇਣੀ ਚਾਹੁੰਦਾ ਹਾਂ ਕਿ ਮੈਂ ਧਰਮ ਦਾ ਪੈਰੋਕਾਰ ਹਾਂ। ਸਿੱਖ ਧਰਮ ਮੈਨੂੰ ਬਹੁਤ ਪਿਆਰਾ ਹੈ ਤੇ ਬਹੁਤ ਚੰਗਾ ਲੱਗਦਾ ਹੈ ਤੇ ਮੈਂ ਇਹ ਸੋਚਦਾ ਹਾਂ ਕਿ ਸਿੱਖ ਧਰਮ ਇਸ ਦੁਨੀਆ ਦਾ ਸਭ ਤੋਂ ਅਨੂਠਾ ਧਰਮ ਹੈ। ਪਰ ਇਹਦੇ ਨਾਲ ਹੀ ਮੈਂ ਇੱਕ ਹੁਣ ਚੁੰਡੀ ਵੱਟਣ ਵਾਲੀ ਗੱਲ ਵੀ ਕਰ ਲਵਾਂ। ਅੱਜ ਦਾ ਜੋ ਪੰਜਾਬੀ ਸੱਭਿਆਚਾਰ ਹੈ, ਕਲਚਰ ਹੈ, ਵਰਤਾਰਾ ਹੈ, ਉਹਨੂੰ ਅਸੀਂ ਚੰਗਾ ਤੇ ਕਹਿੰਦੇ ਹਾਂ, ਪਰ ਮੈਨੂੰ ਕੋਈ ਬਹੁਤਾ ਚੰਗਾ ਨਹੀਂ ਲੱਗਦਾ। ਮੈਨੂੰ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਦਿਸਦੀਆਂ। ਹਾਂ, ਇੱਕ ਚੀਜ਼ ਇੱਥੇ ਮੈਂ ਨਾਲ ਹੋਰ ਵੀ ਤੁਹਾਡੇ ਨਾਲ ਸਾਂਝੀ ਕਰ ਲਵਾਂ। ਸਿਆਣੇ ਕਹਿੰਦੇ ਆ ਕਿ ਜੇ ਤੁਸੀਂ ਮੱਛੀਆਂ ਨੂੰ ਆਪਣੇ ਜਾਲ 'ਚ ਫਸਾਉਣਾ ਹੈ ਤੇ ਫਿਰ ਤੁਸੀਂ ਮੱਛੀਆਂ ਨੂੰ ਉਹ ਚੀਜ਼ ਨਾ ਦਿਓ ਜੋ ਤੁਹਾਨੂੰ ਪਸੰਦ ਹੈ। ਮੱਛੀਆਂ ਨੂੰ ਉਹ ਚੀਜ਼ ਪਾਓ ਜੋ ਮੱਛੀਆਂ ਨੂੰ ਪਸੰਦ ਹੈ। ਮੰਨ ਲਓ ਤੁਹਾਨੂੰ ਪਸੰਦ ਹੈ ਕੋਈ ਬਹੁਤ ਸੋਹਣੀ ਜੀ ਡਿਸ਼, ਪਰ ਮੱਛੀ ਨੂੰ ਪਸੰਦ ਹੈ ਗਲਿਆ ਸੜਿਆ ਮਾਸ, ਤੇ ਹੁਣ ਮੱਛੀ ਜੇ ਤੁਸੀਂ ਆਪਣੇ ਜਾਲ 'ਚ ਫਸਾਉਣੀ ਹੈ ਤੇ ਉਹਦੇ ਵਾਸਤੇ ਤੁਸੀਂ ਆਪਣੀ ਪਸੰਦ ਦੀ ਚੀਜ਼ ਨਹੀਂ ਮੱਛੀ ਨੂੰ ਦੇ ਸਕਦੇ, ਉਹਨੂੰ ਤੇ ਗਲਿਆ ਸੜਿਆ ਮਾਸ ਹੀ ਦੋਗੇ ਤੇ ਮੱਛੀ ਤੁਹਾਡੇ ਜਾਲ 'ਚ ਫਸੇਗੀ। ਇਹੋ ਹੀ ਹਾਲਾਤ ਹੈ ਜਿਹੜੀ ਉਹ ਅੱਜ ਸਾਡੇ ਧਾਰਮਿਕ ਅਖਵਾਉਣ ਵਾਲੇ ਬੰਦੇ ਚੰਗੀ ਤਰ੍ਹਾਂ ਸਮਝਦੇ ਨੇ। ਉਹ ਇਹ ਸਮਝਦੇ ਆ ਕਿ ਅਸੀਂ ਕਿਵੇਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਤੇ ਉਹਨਾਂ ਦਾ ਸ਼ੋਸ਼ਣ ਕਰਨਾ ਹੈ। ਇਹਨੂੰ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਇਮੋਸ਼ਨਲ ਬਲੈਕਮੇਲਿੰਗ। ਤੇ ਦੋਸਤੋ, ਜੇ ਮੈਂ ਇਮੋਸ਼ਨਲ ਬਲੈਕਮੇਲਿੰਗ ਦੀ ਗੱਲ ਕਰਾਂ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਬਹੁਤ ਸਾਰੇ ਬਾਬੇ, ਸੰਤ, ਸਾਧੂ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿੰਦੇ ਆ, ਉਹ ਸਾਡਾ ਇਮੋਸ਼ਨਲ ਬਲੈਕਮੇਲਿੰਗ ਹੀ ਕਰਦੇ ਆ। ਇਮੋਸ਼ਨਲ ਬਲੈਕਮੇਲਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਨੂੰ ਇੰਨਾ ਭੜਕਾ ਦੇਵੋ ਜਾਂ ਉਹਨਾਂ ਨੂੰ ਇੰਨਾ ਜ਼ਿਆਦਾ ਤੁਸੀਂ ਹਿਪਨੋਟਾਈਜ਼ ਕਰ ਦਿਓ ਕਿ ਉਹਨਾਂ ਨੂੰ ਦੁਨੀਆ ਦੀ ਹੋਰ ਕੋਈ ਸੱਚਾਈ ਨਜ਼ਰ ਹੀ ਨਾ ਆਵੇ। ਮੈਂ ਇਹ ਕਹਿ ਸਕਦਾ ਹਾਂ ਕਿ ਇਸ ਜ਼ਿੰਦਗੀ ਦਾ ਇੱਕ ਪੱਖ ਨਹੀਂ, ਇਸ ਜ਼ਿੰਦਗੀ ਦੇ ਸੈਂਕੜੇ ਪੱਖ ਹੈ ਔਰ ਸਾਰੇ ਪੱਖ ਜ਼ਰੂਰੀ ਹੈ। ਜਿਵੇਂ ਸਾਡੇ ਸਰੀਰ ਦਾ ਇੱਕ ਅੰਗ ਨਹੀਂ, ਸਾਡੇ ਸਰੀਰ ਦੇ ਬਹੁਤ ਸਾਰੇ ਅੰਗ ਹੈ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਸਰੀਰ ਦਾ ਇੱਕ ਅੰਗ ਕੀਮਤੀ ਹੈ ਤੇ ਬਾਕੀ ਦੇ ਨਹੀਂ। ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਸਾਰੇ ਪੱਖ ਜ਼ਰੂਰੀ ਹੈ। ਪਰ ਕਿਸੇ ਬਾਬੇ ਨੂੰ ਤੁਸੀਂ ਇਹ ਕਹੋ ਧਰਮ ਜ਼ਰੂਰੀ ਜਾਂ ਦੁਨੀਆ ਦੀਆਂ ਹੋਰ ਚੀਜ਼ਾਂ, ਤੇ ਉਹ ਕਹੇਗਾ ਧਰਮ ਤੋਂ ਵੱਧ ਹੋਰ ਕੁਛ ਜ਼ਰੂਰੀ ਨਹੀਂ। ਮੈਂ ਇਹਨਾਂ ਬਾਬਿਆਂ ਦੀਆਂ ਹੋਰ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਉਹਨਾਂ ਦੇ ਵਿੱਚੋਂ ਸਭ ਤੋਂ ਦੋਸਤੋ ਜਿਹੜੀ ਜ਼ਰੂਰੀ ਗੱਲ ਹੈ ਨਾ, ਉਹ ਇਹ ਹੈ ਕਿ ਬਹੁਤ ਸਾਰੇ ਬਾਬਿਆਂ ਨੇ ਬੜੇ ਚਿਰਾਂ ਤੋਂ ਬੜੇ ਮੋਰਚੇ ਲਾਏ ਆ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ। ਬਹੁਤ ਥਾਵਾਂ 'ਤੇ ਡਾਂਗਾਂ ਵਰਾਈਆਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ। ਬਹੁਤ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਅਪਮਾਨ ਵੀ ਹੋਏ ਆ, ਔਰ ਉਹ ਅਪਮਾਨ ਦੀ ਵਜ੍ਹਾ ਵੀ ਇਹੀ ਹੈ ਕਿ ਕੁਝ ਲੋਕਾਂ ਨੇ ਇਹ ਦੇਖ ਲਿਆ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਜੋ ਤਕਲੀਫ ਹੁੰਦੀ ਹੈ ਉਹ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਾਂ। ਇਸ ਕਰਕੇ ਬਹੁਤ ਥਾਵਾਂ 'ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕੀਤੀ ਹੈ। ਉਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜੋ ਵਰਤਾਰਾ ਚੱਲ ਰਿਹਾ ਹੈ, ਉਹ ਵਰਤਾਰਾ ਚਲਾਕੀਆਂ, ਸ਼ਰਾਰਤਾਂ ਤੇ ਸ਼ੋਸ਼ਣ ਭਰਿਆ ਹੈ। ਇਸ ਤੋਂ ਵੱਧ ਕੁਝ ਨਹੀਂ। ਮੈਂ ਕੱਲ੍ਹ ਵੀ ਇੱਕ ਬਾਬੇ ਦੀ ਸਪੀਚ ਸੁਣ ਰਿਹਾ ਸੀ ਤੇ ਉਹ ਬਾਬਾ ਕਹਿ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਾੜ ਦੂੰਗਾ, ਜੇ ਤੁਸੀਂ ਪਿਓ ਦੇ ਪੁੱਤ ਹੋ ਇਹਨਾਂ ਨੂੰ ਸਾੜ ਦਿਓ। ਤੇ ਉਹ ਬਾਬਾ ਉੱਥੇ ਰੋ ਵੀ ਰਿਹਾ ਸੀ, ਉੱਚੀ ਉੱਚੀ ਧਾਹਾਂ ਮਾਰ ਰਿਹਾ ਸੀ, ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਗੱਲ ਹੋਈ ਸੀ।
ਹੁਣ ਇਹ ਚੀਜ਼ ਦੇਖਣ ਨੂੰ ਬੜੀ ਚੰਗੀ ਲੱਗਦੀ ਹੈ ਕਿ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਇਹਨਾਂ ਦਾ ਕਿੰਨਾ ਸਤਿਕਾਰ ਹੈ, ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਦੇਖੋ ਕੀ ਕੁਝ ਇਹ ਕਰ ਰਹੇ ਨੇ। ਪਰੰਤੂ ਅਸਲ ਦੇ ਵਿੱਚ ਜੋ ਉਹਨਾਂ ਚੀਜ਼ਾਂ ਦੇ ਪਿੱਛੇ ਦੀ ਹੈਗੀ ਹੈ ਕਹਾਣੀ, ਉਹ ਕਹਾਣੀ ਕੁਛ ਹੋਰ ਹੁੰਦੀ ਹੈ। ਉਸ ਕਹਾਣੀ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਉਹਨਾਂ ਦੇ ਅੰਦਰ ਕੋਈ ਉਸ ਚੀਜ਼ ਲਈ ਬਹੁਤ ਜ਼ਿਆਦਾ ਤੜਫ ਹੈ। ਜੇ ਤੜਫ ਹੈ ਤਾਂ ਮੈਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਮੰਨੋ। ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਹੀ ਨਹੀਂ, ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਕਿਸੇ ਨੂੰ ਜਾਣ ਦਿੰਦੇ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਨਹੀਂ ਦਿੰਦੇ। ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਉਸ ਨੂੰ ਅਸੀਂ ਕਿੰਨਾ ਕੁ ਜ਼ਿਆਦਾ ਆਪਣੀ ਜ਼ਿੰਦਗੀ 'ਚ ਅਪਣਾਉਣੇ ਆ, ਇਹ ਗੱਲ ਕਦੇ ਅਸੀਂ ਇਹਨਾਂ ਤੋਂ ਪੁੱਛੀਏ। ਔਰ ਮੇਰੇ ਖਿਆਲ ਦੇ ਵਿੱਚ ਦੋ ਚੀਜ਼ਾਂ, ਗਿਆਨ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਗਿਆਨ ਹੁੰਦਾ ਹੈ ਇਨਸਾਨ ਨੂੰ ਅੱਗੇ ਲੈ ਕੇ ਜਾਣ ਵਾਲਾ, ਦੂਸਰਾ ਗਿਆਨ ਹੁੰਦਾ ਹੈ ਇਨਸਾਨ ਨੂੰ ਪਿੱਛੇ ਲੈ ਕੇ ਜਾਣ ਵਾਲਾ। ਬਾਕੀ ਧਰਮਾਂ ਦਾ ਗਿਆਨ ਇਨਸਾਨ ਨੂੰ ਪਿੱਛੇ ਲਿਜਾਣ ਵਾਲਾ ਸੀ, ਪਰੰਤੂ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਅੱਗੇ ਲਿਜਾਣ ਵਾਲਾ ਹੈ। ਹੁਣ ਜੋ ਸਾਡੇ ਕੋਲ ਬਾਬੇ ਕਰ ਰਹੇ ਨੇ ਉਹਦੇ ਵਿੱਚੋਂ ਕੁਝ ਵੀ ਜਰਾ ਦੱਸਿਓ ਜੇ ਕਿਸੇ ਨੂੰ ਅੱਗੇ ਲੈ ਕੇ ਜਾਣ ਵਾਲਾ ਹੈ। ਮੇਰੇ ਖਿਆਲ 'ਚ ਜੇਕਰ ਤੁਸੀਂ ਉਹਨਾਂ ਚੀਜ਼ਾਂ ਨੂੰ ਮੰਨ ਰਹੇ ਹੋ ਤੇ ਤੁਸੀਂ ਆਪਣੇ ਉੱਪਰ ਕੋਰਟਾਂ ਦੇ ਕੇਸ ਪਵਾ ਸਕਦੇ ਹੋ, ਕਿਸੇ ਨੂੰ ਮਾਰ ਕੇ ਜਾਂ ਮਰ ਕੇ ਆਪਣੀ ਜ਼ਿੰਦਗੀ ਤਬਾਹ ਕਰ ਸਕਦੇ ਹੋ। ਮਰਨ ਤੇ ਮਾਰਨ ਦੇ ਵਿੱਚੋਂ ਇਦੋਂ ਜ਼ਿਆਦਾ ਕੁਛ ਨਹੀਂ ਨਿਕਲਦਾ। ਪਰੰਤੂ ਉਹਨਾਂ ਲੋਕਾਂ ਦਾ ਤੋਰੀ ਫੁਲਕਾ ਤਾਂ ਹੀ ਚੱਲਦਾ ਜੇ ਧਰਨੇ ਲੱਗਦੇ ਰਹਿਣ, ਅੱਗਾਂ ਲੱਗਦੀਆਂ ਰਹਿਣ, ਦੰਗੇ ਫਸਾਦ ਹੁੰਦੇ ਰਹਿਣ। ਅਤੇ ਇਸ ਤਰ੍ਹਾਂ ਜਿਹੜੇ ਬਾਬੇ ਨੇ ਜਾਂ ਰਾਜਨੀਤਿਕ ਨੇ ਉਹ ਲੋਕ ਹੈ ਜਿਹੜੇ ਸਾਨੂੰ ਗੁੰਮਰਾਹ ਕਰਦੇ ਰਹਿੰਦੇ ਆ। ਜੇ ਤੁਸੀਂ ਇਸ ਦੇ ਬਾਰੇ 'ਚ ਸਭ ਤੋਂ ਜ਼ਿਆਦਾ ਜਾਣਨਾ, ਸਮਝਣਾ ਤੇ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਇਹ ਕਹਿ ਸਕਦਾ ਕਿ ਰਜਨੀਸ਼ ਓਸ਼ੋ ਦੀ ਇੱਕ ਕਿਤਾਬ ਹੈ, ਪੰਡਤ, ਪੁਰੋਹਿਤ ਤੇ ਰਾਜਨੇਤਾ, ਤਿੰਨੇ ਮਾਨਵ ਜਾਤੀ ਕੇ ਲੁਟੇਰੇ। ਤੁਸੀਂ ਉਹ ਕਿਤਾਬ ਪੜ੍ਹੋ, ਤੁਹਾਨੂੰ ਸਾਰੀ ਦੀ ਸਾਰੀ ਗੱਲ ਸਮਝ ਆ ਜਾਵੇਗੀ ਕਿ ਜੋ ਕੁਛ ਇਹ ਬਾਬੇ ਕਰਦੇ ਆ ਉਹਦੇ ਵਿੱਚੋਂ ਸਾਡੇ ਭਲੇ ਲਈ ਕੁਛ ਨਹੀਂ ਹੁੰਦਾ, ਕਿਉਂਕਿ ਬਹੁਤ ਸਾਰੀਆਂ ਤੇ ਮੁਰਦਾ ਪਰੰਪਰਾਵਾਂ ਨੂੰ ਪਾਲਣ ਤੋਂ ਸਿਵਾਏ ਹੋਰ ਕੁਛ ਵੀ ਨਹੀਂ ਕਰ ਰਹੇ ਕਿਸੇ ਵੀ ਧਰਮ ਦੇ ਬਾਬੇ। ਇਹ ਨਹੀਂ ਦੱਸ ਰਹੇ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ, ਜ਼ਿੰਦਗੀ 'ਚ ਅੱਗੇ ਕਿਵੇਂ ਵਧਣਾ ਹੈ, ਤਰੱਕੀ ਕਿਵੇਂ ਕਰਨੀ ਹੈ। ਉਹ ਇਹ ਦੱਸ ਰਹੇ ਨੇ ਕਿ ਤੁਸੀਂ ਪੁਰਾਣੀਆਂ ਪਰੰਪਰਾਵਾਂ ਨੂੰ ਕਿਵੇਂ ਫੋਲੋ ਕਰਨਾ ਹੈ। ਤੇ ਪੁਰਾਣੀਆਂ ਪਰੰਪਰਾਵਾਂ ਨੂੰ ਫੋਲੋ ਕਰਕੇ ਕਾਰ ਦੇ ਪਿਛਲੇ ਬੈਕ ਮਿਰਰ ਦੇ ਵਿੱਚ ਦੇਖ ਕੇ ਅੱਗੇ ਕਦੇ ਨਹੀਂ ਵਧਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਾਨੂੰ ਸਿੱਖ ਧਰਮ ਦਿੱਤਾ ਸੀ ਤਾਂ ਉਹ ਇਸ ਲਈ ਦਿੱਤਾ ਸੀ ਕਿ ਅਸੀਂ ਅੱਗੇ ਵਧੀਏ, ਅਸੀਂ ਤਰੱਕੀ ਕਰੀਏ, ਅਸੀਂ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਪ੍ਰੇਮੀ ਬਣੀਏ। ਪਰ ਮੈਂ ਇਹ ਸੱਚ ਕਹਿ ਦੇਵਾਂ ਕਿ ਅੱਜ ਸਾਡੇ ਵਿੱਚੋਂ ਇਨਸਾਨੀਅਤ ਪ੍ਰੇਮ ਤਾਂ ਛੱਡੋ, ਸਿੱਖੀ ਪ੍ਰੇਮ ਹੀ ਖਤਮ ਹੋ ਗਿਆ। ਜੇ ਨਹੀਂ ਹੋਇਆ ਤੇ ਇਹਦੀਆਂ ਮੈਂ ਤੁਹਾਨੂੰ ਕੁਝ ਉਦਾਹਰਨਾਂ ਦੇਣਾ ਕਿ ਸਾਰੇ ਬਾਬੇ ਨੇ ਜਿਹੜੇ ਉਹ ਕਿਸੇ ਨੂੰ ਨਫ਼ਰਤ ਕਰਦੇ ਆ ਜਾਂ ਨਹੀਂ। ਜਰਾ ਸੋਚਿਓ ਤੇ ਤੁਹਾਨੂੰ ਇਹ ਪਤਾ ਚੱਲੇਗਾ ਕਿ ਬਾਬੇ ਸਿਰਫ ਆਪਣੀ ਸੰਪਰਦਾਇ, ਆਪਣੇ ਚੇਲਿਆਂ ਨੂੰ ਛੱਡ ਕੇ ਬਾਕੀ ਦੂਜੀ ਸੰਪਰਦਾਇ ਤੇ ਦੂਜੇ ਚੇਲਿਆਂ ਨੂੰ ਬੜੀ ਨਫ਼ਰਤ ਕਰਦੇ ਆ। ਇੱਥੇ ਮੈਨੂੰ ਮਸਕੀਨ ਸਾਹਿਬ ਦਾ ਕਿਹਾ ਹੋਇਆ ਇੱਕ ਸ਼ੇਰ ਯਾਦ ਆ ਗਿਆ, ਉਹ ਸ਼ੇਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ, ਜਾਤ ਜਾਤ ਕੋ ਚਾਹਤ ਹੈ, ਜਾਤ ਜਾਤ ਕੇ ਜਾਏ, ਮਹਿਆ ਪੁਜਾਰੀ ਕੂਕਰਾ, ਜਾਤ ਦੇਖ ਘਬਰਾਏ। ਇਹਦਾ ਮਤਲਬ ਇਹ ਹੈ ਕਿ ਹਰ ਇੱਕ ਜਾਤ ਆਪਣੀ ਜਾਤੀ ਨੂੰ ਚਾਹੁੰਦੀ ਹੈ, ਅਰੇ ਉਹ ਆਪਣੀ ਜਾਤ ਵਾਲਿਆਂ ਦੇ ਕੋਲ ਜਾਂਦੀ ਵੀ ਹੈ। ਪਰੰਤੂ ਜਿਹੜਾ ਸੰਡਾ ਹੈ, ਮਹਿਆ ਮਤਲਬ ਝੋਟਾ, ਸੰਡਾ, ਮਹਿਆ ਪੁਜਾਰੀ, ਪੁਜਾਰੀ ਮਤਲਬ ਇਹ ਜਿੰਨੇ ਹੀ ਪੂਜਾ ਦੇ ਨਾਮ ਤੇ ਧਨ ਖਾਣ ਵਾਲੇ ਆ, ਬਾਬੇ, ਸੰਤ ਔਰ ਇਸ ਤਰ੍ਹਾਂ ਦੇ ਲੋਕ। ਕੁਕਰਾ, ਕੁਕਰਾ ਮਤਲਬ ਕੁੱਤਾ। ਇਹਨਾਂ ਨੂੰ ਜਦੋਂ ਕੋਈ ਆਪਣੀ ਜਾਤੀ ਦਾ ਬੰਦਾ ਦਿਸਦਾ ਹੈ ਉਹਨੂੰ ਦੇਖ ਕੇ ਇਹਨਾਂ ਨੂੰ ਬੜੀ ਘਬਰਾਹਟ ਹੁੰਦੀ ਹੈ ਕਿ ਇਹ ਕਿਉਂ ਆ ਗਿਆ, ਕਿਉਂਕਿ ਇਸ ਜਗ੍ਹਾ ਤੇ ਮੈਂ ਇਕੱਲਾ ਚਾਹੀਦਾ ਸੀ। ਇਸੇ ਕਰਕੇ ਹੀ ਬਹੁਤ ਸਾਰੀਆਂ ਸੰਪਰਦਾਵਾਂ ਦੇ ਵਿੱਚ ਝਗੜੇ ਹੁੰਦੇ ਆ, ਬਹੁਤ ਸਾਰੇ ਉਹਨਾਂ ਦੇ ਆਪਸੀ ਵਿਵਾਦ ਚੱਲਦੇ ਆ ਔਰ ਸਾਰੇ ਦਾ ਸਾਰਾ ਖੇਡ ਮਿੱਤਰੋ ਆਪਣੀਆਂ ਰੋਟੀਆਂ ਸੇਕਣ ਦਾ ਹੈ। ਇਸ ਤੋਂ ਵੱਧ ਹੋਰ ਕੋਈ ਦੂਜਾ ਖੇਡ ਨਹੀਂ ਹੈ। ਤੇ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਖੇਡਾਂ ਨੂੰ ਸਮਝ ਲਵੋਗੇ, ਚੰਗੇ ਰਹੋਗੇ। ਔਰ ਮੈਂ ਤੇ ਇਹੀ ਕਹਾਂਗਾ
ਅੱਜ ਜੋ ਦੋ ਚੀਜ਼ਾਂ ਸਭ ਤੋਂ ਵੱਧ ਜ਼ਰੂਰੀ ਹੈ, ਇੱਕ ਤੇ ਸਾਡੇ ਕੋਲ ਆਉਣ ਵਾਲੇ ਸਮੇਂ ਲਈ ਗੁਜ਼ਾਰੇ ਜੋਗਾ ਧਨ ਹੋਵੇ ਤੇ ਦੂਜਾ ਸਾਡੇ ਕੋਲ ਜ਼ਿੰਦਗੀ ਜਿਉਣ ਦਾ ਢੰਗ ਹੋਵੇ। ਗੁਜ਼ਾਰੇ ਜੋਗਾ ਢੰਗ ਤੇ ਧਨ ਇਹ ਦੋਵੇਂ ਜ਼ਰੂਰੀ ਹੈ, ਪਰ ਮੈਂ ਇੱਥੇ ਇਹ ਗੱਲ ਕਹਿ ਦੇਵਾਂ ਕਿ ਇਹਨਾਂ ਦੋਨਾਂ ਹੀ ਚੀਜ਼ਾਂ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਪੰਜਾਬੀ ਫੇਲ ਹੋਏ ਹਾਂ। ਪਹਿਲੀ ਤੇ ਗੱਲ ਇਹ, ਸਾਡੇ ਕੋਲ ਜਿਹੜਾ ਇਸ ਵੇਲੇ ਗੁਜ਼ਾਰੇ ਜੋਗਾ ਧਨ ਨਹੀਂ ਹੈ, ਇਸੇ ਕਰਕੇ ਅਸੀਂ ਵਿਦੇਸ਼ਾਂ ਨੂੰ ਭੱਜ ਰਹੇ ਹਾਂ ਤੇ ਵਿਦੇਸ਼ਾਂ 'ਚ ਭੱਜ ਕੇ ਵੀ ਅਸੀਂ ਜੋ ਕੋਸ਼ਿਸ਼ਾਂ ਕਰ ਰਹੇ ਹਾਂ ਉਹਨਾਂ ਵਿੱਚ ਜਿਉਣ ਦਾ ਢੰਗ ਖੋ ਜਾਂਦੇ ਹਾਂ, ਕਿਉਂਕਿ ਉੱਥੇ ਜਾ ਕੇ ਅਸੀਂ ਕੀ ਕਰਦੇ ਹਾਂ, ਕਰਜ਼ੇ ਤੇ ਇੱਕ ਵੱਡਾ ਸਾਰਾ ਘਰ ਤੇ ਇੱਕ ਵੱਡੀ ਸਾਰੀ ਕਾਰ ਲੈ ਲੈਂਦੇ ਹਾਂ ਤੇ ਮੁੜ ਕੇ ਜਿੰਨਾ ਕੁ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਤੇ ਟਾਈਮ ਦੇਣਾ, ਉਹ ਟਾਈਮ ਸਾਡਾ ਜਿੰਨਾ ਜ਼ਿੰਦਗੀ ਨੂੰ ਜਿਉਣ ਤੇ ਅਸੀਂ ਲਾਉਣਾ ਹੈ, ਸਾਰੇ ਦਾ ਸਾਰਾ ਟਾਈਮ ਸਾਡਾ ਸਿਰਫ ਕਿਸ਼ਤਾਂ ਚੁਕਾਉਂਦਿਆਂ ਤੇ ਕਿਸ਼ਤਾਂ ਚੁਕਾਉਣ ਲਈ ਲੜਦਿਆਂ ਝਗੜਦਿਆਂ ਲੰਘ ਜਾਂਦਾ ਹੈ। ਦੂਜੀ ਸਾਡੇ ਵਿੱਚ ਸਭ ਤੋਂ ਵੱਡੀ ਘਾਟ ਇਹ ਹੈ ਕਿ ਅਸੀਂ ਗਿਆਨ ਪ੍ਰੇਮੀ ਨਹੀਂ, ਅਸੀਂ ਪਰੰਪਰਾਵਾਂ ਦੇ ਪ੍ਰੇਮੀ ਹਾਂ। ਅੱਜ ਭਾਵੇਂ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ, ਪਰ ਸੱਚਾਈ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ ਲਈ ਨਹੀਂ ਪੂਜ ਰਹੇ ਕਿ ਉਹ ਗਿਆਨ ਦਾ ਮਹਾਨ ਸਰੋਤ ਹੈ, ਮਹਾਨ ਖਜ਼ਾਨਾ ਹੈ ਤੇ ਉਸ ਗਿਆਨ ਨੇ ਸਾਡੀ ਜ਼ਿੰਦਗੀ ਬਦਲਣੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਲਈ ਪੂਜ ਰਹੇ ਹਾਂ ਕਿਉਂਕਿ ਇਹ ਇੱਕ ਪਰੰਪਰਾ ਚੱਲਦੀ ਆਉਂਦੀ ਹੈ ਤੇ ਉਸੇ ਪਰੰਪਰਾ ਨੂੰ ਅਸੀਂ ਨਿਭਾਈ ਜਾ ਰਹੇ ਹਾਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜੋ ਗਿਆਨ ਤੇ ਲਿਆ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦਾ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਗੁਰੂ ਗ੍ਰੰਥ ਸਾਹਿਬ ਪ੍ਰੇਮ ਦੀ ਗੱਲ ਕਰਦਾ ਹੈ, ਪਰ ਸਾਡੇ ਅੰਦਰ ਈਰਖਾ, ਹੰਕਾਰ ਤੇ ਨਫ਼ਰਤ ਕੁੱਟ-ਕੁੱਟ ਕੇ ਭਰੇ ਹੁੰਦੇ। ਤੇ ਜੇ ਜ਼ਿੰਦਗੀ ਜਿਉਣ ਦਾ ਸਹੀ ਢੰਗ ਸਿੱਖਣਾ ਹੈ ਤੇ ਮੈਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਇਹ ਬਾਬੇ ਜੋ ਸਾਨੂੰ ਗੁੰਮਰਾਹ ਕਰਦੇ ਆ, ਕਦੇ ਕਿਸੇ ਮੁੱਦੇ ਤੇ ਕਦੇ ਕਿਸੇ ਮੁੱਦੇ ਤੇ, ਔਰ ਇਹ ਬਾਬੇ ਤੇ ਇਹ ਸਿਆਸੀ ਨੇਤਾ, ਇਹਨਾਂ ਦੋਨਾਂ ਤੋਂ ਹੀ ਅੱਜ ਸਾਡਾ ਭਲਾ ਨਹੀਂ ਹੋ ਸਕਦਾ। ਇਹ ਸਾਨੂੰ ਧਰਮ ਦੇ ਨਾਂ ਤੇ, ਸਿਆਸੀ ਲੋਕ ਵੀ ਧਰਮ ਤੇ ਜਾਤੀ ਦੇ ਨਾਂ ਤੇ ਵੋਟਾਂ ਲੈਂਦੇ ਆ ਤੇ ਬਾਬੇ ਇਹਦੇ ਨਾਂ ਤੇ ਨੋਟ ਲੈਂਦੇ ਆ। ਵੋਟ ਤੇ ਨੋਟ ਦੋਵੇਂ ਇਕੱਠੇ ਕਰਨ ਵਾਲੇ ਇਹ ਸਾਡੇ ਕਦੇ ਵੀ ਖੈਰ ਖਵਾਹ ਨਹੀਂ ਹੋ ਸਕਦੇ। ਔਰ ਮੈਂ ਇਹੀ ਕਹਾਂਗਾ ਦੋਸਤੋ ਕਿ ਆਪਣੇ ਬੱਚਿਆਂ ਨੂੰ ਇੱਕ ਸੋਹਣਾ ਸੁਚੱਜਾ ਤੇ ਵਧੀਆ ਜੀਵਨ ਜਿਉਣ ਦੀ ਕਲਾ ਸਿਖਾਈਏ। ਇਹਦੇ ਨਾਲ ਹੀ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਫਿਰ ਮੈਂ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ ਤੇ ਤਦ ਤੱਕ ਲਈ ਦਿਓ ਇਜਾਜ਼ਤ ਆਪਣੇ ਦੋਸਤ ਗੁਰਵੇਲ ਸਿੰਘ ਨੂੰ। ਤੇ ਦੋਸਤੋ, ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਫੋਲੋ, ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।